ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਮੇਰੀ ਨਹੀਂ ਪੁੱਗਦੀ ਬਾਰੇ ਗੱਲਬਾਤ ਕਰਾਂਗੇ। ਸੁਖਵਿੰਦਰ ਅੰਮ੍ਰਿਤ ਦਾ ਜਨਮ ਸਦਰਪੁਰਾ, ਜ਼ਿਲ੍ਹਾ ਲੁਧਿਆਣਾ ਵਿਖੇ 11 ਦਸੰਬਰ 1963 ਨੂੰ ਹੋਇਆ। ਵਿਦਿਅਕ ਯੋਗਤਾ ਪੱਖੋਂ ਉਹਨਾਂ ਨੇ MA ਪੰਜਾਬੀ ਕੀਤੀ ਹੋਈ ਹੈ। ਕੁਝ ਸਮਾਂ ਉਹਨਾਂ ਨੇ ਸਰਕਾਰੀ ਕਾਲਜ ਲੜਕੇ ਲੁਧਿਆਣਾ ਵਿਖੇ ਅਧਿਆਪਨ ਕਾਰਜ ਵੀ ਕੀਤਾ। ਇਸ ਵਕਤ ਸੁਖਵਿੰਦਰ ਅੰਮ੍ਰਿਤ ਪੂਰੀ ਤਰ੍ਹਾਂ ਲਿਖਣ ਕਾਰਜ ਨੂੰ ਸਮਰਪਿਤ ਹੈ। ਆਪ ਨੇ ਹੁਣ ਤੱਕ ਸੂਰਜ ਦੀ ਦਹਿਲੀਜ਼, ਚਿਰਾਗਾਂ ਦੀ ਡਾਰ, ਕਣੀਆਂ, ਪੱਤਝੜ ਵਿੱਚ ਪੁੰਗਰ ਦੇ ਪੱਤੇ, ਕੇਸਰ ਦੇ ਛਿੱਟੇ, ਧੁੱਪ ਦੀ ਚੁੰਨੀ, ਹਜ਼ਾਰ ਰੰਗਾਂ ਦੀ ਲਾਟ, ਪੁੰਨਿਆ, ਨੀਲਿਆ ਮੋਰਾ ਵੇ ਆਦਿ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਆਪ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ, ਅੰਮ੍ਰਿਤਾ ਪ੍ਰੀਤਮ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਬਾਵਾ ਬਲਵੰਤ ਪੁਰਸਕਾਰ ਆਦਿ ਹਾਸਲ ਹੋਏ ਹਨ। ਸੁਖਵਿੰਦਰ ਅੰਮ੍ਰਿਤ ਦੀਆਂ ਕੁਝ ਕਵਿਤਾਵਾਂ ਵੱਖ-ਵੱਖ ਯੂਨੀਵਰਸਿਟੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ। ਸੁਖਵਿੰਦਰ ਅੰਮ੍ਰਿਤ ਆਪਣੀ ਕਵਿਤਾ ਵਿੱਚ ਵੱਖ-ਵੱਖ ਸਮਾਜਿਕ ਸਰੋਕਾਰਾਂ ਦਾ ਬਾਖੂਬੀ ਪ੍ਰਸਤੁਤੀਕਰਨ ਕਰਦੇ ਹਨ। ਭਾਵੇਂ ਕਿ ਆਪ ਦੀ ਕਵਿਤਾ ਦੇ ਵਿਸ਼ੇ ਬਹੁਭਾਂਤੀ ਅਤੇ ਬਹੁ-ਦਿਸ਼ਾਵੀ ਹਨ, ਪਰ ਫਿਰ ਵੀ ਆਪ ਨੇ ਨਾਰੀਤਵ ਨੂੰ ਪ੍ਰਮੁੱਖਤਾ ਸਹਿਤ ਉਭਾਰਿਆ ਹੈ। 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਦਾ ਨਾਂ ਹੈ ਮੇਰੀ ਨਹੀਂ ਪੁੱਗਦੀ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਤਰਾਸਦਿਕ ਸਥਿਤੀ ਦਾ ਉਲੇਖ ਕੀਤਾ ਹੈ। ਕਵਿਤਾ ਹੈ: ਮਾਂ ਨੇ ਝਿੜਕੀ, ਪਿਓ ਨੇ ਝਿੜਕੀ, ਵੀਰ ਮੇਰੇ ਨੇ ਵਰਜੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਇੱਧਰ ਕੰਡੇ ਉੱਧਰ ਵਾੜਾਂ, ਵਿੰਨੀਆਂ ਗਈਆਂ ਕੋਮਲ ਨਾੜਾਂ, ਇੱਕ ਇੱਕ ਸਾਹ ਦੀ ਖਾਤਰ ਅੜੀਓ, 100 ਵਾਰੀ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜੀ। ਝਿੜਕੀ ਸ਼ਬਦ ਦਾ ਅਰਥ ਹੈ ਗੁੱਸੇ ਵਿੱਚ ਘੂਰੀ ਵੱਟਣੀ। ਵਿੰਨੀਆਂ ਸ਼ਬਦ ਦਾ ਅਰਥ ਹੈ ਖੋਬੀਆਂ ਜਾਂ ਚੋਬੀਆਂ। ਪੁੱਗਦੀ ਸ਼ਬਦ ਦਾ ਅਰਥ ਹੈ ਗੱਲ ਮੰਨੀ ਜਾਣੀ। ਕਵਿੱਤਰੀ ਸੁਖਵਿੰਦਰ ਅੰਮ੍ਰਿਤ ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਸਥਿਤੀ ਦਾ ਉਲੇਖ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਵੀ ਕਦੀ ਉਸ ਨੇ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਨਾ ਚਾਹਿਆ ਤਾਂ ਉਸ ਨੂੰ ਉਸ ਦੀ ਮਾਂ ਨੇ ਵੀ ਝਿੜਕਿਆ ਅਤੇ ਬਾਪ ਨੇ ਵੀ ਝਿੜਕਿਆ। ਵੀਰ ਨੇ ਵੀ ਉਸ ਨੂੰ ਉਸ ਦੁਆਰਾ ਮਨ ਭਾਉਂਦਾ ਕਦਮ ਚੁੱਕਣ ਤੋਂ ਵਰਜਿਆ। ਇਸ ਤਰ੍ਹਾਂ ਘਰ ਵਿੱਚ ਉਸ ਦੀ ਮਰਜ਼ੀ ਨਹੀਂ ਚੱਲਦੀ। ਉਸ ਲਈ ਤਾਂ ਇੱਧਰ ਵੀ ਕੰਡੇ ਹਨ ਅਤੇ ਉੱਧਰ ਵੀ ਵਾੜਾਂ ਹਨ, ਜਿਨ੍ਹਾਂ ਵਿੱਚ ਉਸ ਦੀਆਂ ਕੋਮਲ ਨਾੜਾਂ ਵਿੰਨੀਆਂ ਗਈਆਂ ਹਨ। ਉਸ ਨੂੰ ਤਾਂ ਆਪਣੀ ਮਰਜ਼ੀ ਦਾ ਇੱਕ ਇੱਕ ਸਾਹ ਲੈਣ ਲਈ 100 ਵਾਰੀ ਆਪਣੇ ਅੰਦਰ ਹੀ ਮਰਨਾ ਪੈਂਦਾ ਹੈ। ਉਸ ਨੂੰ
ਘਰ ਵਿੱਚ ਆਪਣੀ ਮਰਜ਼ੀ ਕਰਨ ਹੀ ਨਹੀਂ ਦਿੱਤੀ ਜਾਂਦੀ। ਸਿਰਜਾਂ ਪਾਲਾਂ ਗੋਦ ਸੰਭਾਲਾਂ, ਰਾਤ ਦਿਨੇ ਰਤ ਆਪਣੀ ਬਾਲਾਂ, ਕੁੱਲ ਦੇ ਚਾਨਣ ਖਾਤਰ ਆਪਣੀ, ਖਾਕ ਚੋਂ ਦੀਵੇ ਘੜਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਕੁੱਲ ਸ਼ਬਦ ਦਾ ਅਰਥ ਹੈ ਖਾਨਦਾਨ, ਖਾਕ ਸ਼ਬਦ ਦਾ ਅਰਥ ਹੈ ਮਿੱਟੀ। ਕਵਿੱਤਰੀ ਸੁਖਵਿੰਦਰ ਅੰਮ੍ਰਿਤ ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਸਥਿਤੀ ਦਾ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਉਹ ਬੱਚਿਆਂ ਨੂੰ ਪੈਦਾ ਕਰਦੀ ਅਤੇ ਗੋਦ ਵਿੱਚ ਪਾਲਦੀ ਹੈ। ਉਹ ਖਾਨਦਾਨ ਦੇ ਚਾਨਣ ਪੈਦਾ ਕਰਨ ਲਈ ਆਪਣੇ ਸਰੀਰ ਦੀ ਮਿੱਟੀ ਵਿੱਚੋਂ ਦੀਵੇ ਕੱਢਦੀ ਹੈ ਅਤੇ ਉਹਨਾਂ ਵਿੱਚ ਆਪਣੀ ਰਤ ਪਾ ਕੇ ਬਾਲਦੀ ਹੈ। ਇਸ ਦੇ ਬਾਵਜੂਦ ਵੀ ਘਰ ਵਿੱਚ ਉਸ ਦੀ ਮਨਮਰਜ਼ੀ ਨਹੀਂ ਚੱਲਦੀ। ਚਰਖਾ ਕੱਤਾਂ ਸੂਤ ਬਣਾਵਾਂ, ਸੂਹੇ ਸਾਵੇ ਰੰਗ ਚੜਾਵਾਂ, ਸਭ ਦੇ ਪਿੰਡੇ ਪਹਿਰਨ ਪਾਵਾਂ, ਆਪ ਰਹਾਂ ਮੈਂ ਠਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਪਹਿਰਨ ਸ਼ਬਦ ਦਾ ਅਰਥ ਹੈ ਪਹਿਰਾਵਾ। ਸਾਡੇ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਤਰਾਸਦੀਕ ਸਥਿਤੀ ਦਾ ਉਲੇਖ ਕਰਦਿਆਂ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਉਹ ਚਰਖਾ ਕੱਤਦੀ ਅਤੇ ਸੂਤ ਬਣਾਉਂਦੀ ਹੈ। ਇਸ ਸੂਤ ਨੂੰ ਸੂਹੇ ਸਾਵੇ ਰੰਗ ਚੜਾ ਕੇ ਕੱਪੜੇ ਬਣਾਉਂਦੀ ਹੈ ਅਤੇ ਸਾਰੇ ਟੱਬਰ ਦੇ ਜੀਆਂ ਦੇ ਸਰੀਰ ਨੂੰ ਪਹਿਰਾਵਾ ਪਹਿਨਾ ਕੇ ਢੱਕਦੀ ਹੈ, ਪਰ ਉਹ ਆਪ ਠਰਦੀ ਹੀ ਰਹਿੰਦੀ ਹੈ। ਇੰਨੀ ਕੁਰਬਾਨੀ ਕਰਨ ਦੇ ਬਾਵਜੂਦ ਘਰ ਵਿੱਚ ਉਸ ਦੀ ਮਨ ਮਰਜ਼ੀ ਨਹੀਂ ਚੱਲਦੀ। ਬੂਟੇ ਲਾਵਾਂ, ਪਾਣੀ ਪਾਵਾਂ, ਸੇਰੇ ਗੁੰਦਾਂ ਸੁੱਖ ਮਨਾਵਾਂ, ਜੇ ਕਿਸੇ ਰੁੱਖ ਤੇ ਪੀਂਘ ਝੁਟਾਵਾਂ, ਫੇਰ ਨਾ ਦੁਨੀਆ ਜਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਸਮਾਜ ਵਿੱਚ ਔਰਤ ਦੀ ਤਰਾਸਦੀਕ ਸਥਿਤੀ ਦਾ ਚਿਤਰਨ ਕਰਦਿਆਂ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਉਹ ਆਪਣੇ ਹੱਥਾਂ ਨਾਲ ਬੂਟੇ ਲਾਉਂਦੀ ਅਤੇ ਉਹਨਾਂ ਨੂੰ ਪਾਣੀ ਦੇ ਕੇ ਪਾਲਦੀ ਹੈ। ਉਹ ਸਿਹਰੇ ਗੁੰਦ ਕੇ ਉਹਨਾਂ ਨੂੰ ਸਜਾਉਂਦੀ ਹੈ ਅਤੇ ਸੁੱਖ ਮਨਾਉਂਦੀ ਹੈ, ਪਰ ਜੇਕਰ ਉਹ ਉਸ ਉੱਪਰ ਪੀਂਘ ਪਾ ਕੇ ਝੂਟੇ ਲੈਣ ਲੱਗ ਪਵੇ ਤਾਂ ਦੁਨੀਆ ਨੂੰ ਇਹ ਗੱਲ ਮਨਜ਼ੂਰ ਨਹੀਂ ਹੁੰਦੀ। ਇਸ ਤਰ੍ਹਾਂ ਉਸ ਦੀ ਇਸ ਸਮਾਜ ਵਿੱਚ ਮਨ ਮਰਜ਼ੀ ਨਹੀਂ ਚੱਲਦੀ। ਜੇ ਅੰਬਰ ਦਾ ਗੀਤ ਮੈਂ ਗਾਵਾਂ, ਸ਼ਿਕਰੇ ਰੋਕਣ ਮੇਰੀਆਂ ਰਾਵਾਂ, ਜ਼ਖਮੀ ਹੋਵਾਂ ਤੇ ਡਿੱਗ ਜਾਵਾਂ, ਰਹਾਂ ਮੈਂ ਹੋਕੇ ਭਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਸ਼ਿਕਰੇ ਸ਼ਬਦ ਦਾ ਅਰਥ ਹੈ ਇੱਕ ਸ਼ਿਕਾਰੀ ਪੰਛੀ। ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਹਾਲਤ ਨੂੰ ਉਲੀਕਦਿਆਂ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਜੇਕਰ ਉਹ ਅਸਮਾਨਾਂ ਦਾ ਗੀਤ ਗਾਉਂਦੀ ਹੋਈ ਉੱਚੀ ਉਡਾਰੀ ਮਾਰਨ ਦਾ ਯਤਨ ਕਰਦੀ ਹੈ ਤਾਂ ਸ਼ਿਕਾਰੀ ਪੰਛੀ ਉਸ ਦਾ ਰਾਹ ਰੋਕ ਲੈਂਦੇ ਹਨ। ਉਹਨਾਂ ਦੀ ਜ਼ਖਮੀ ਕੀਤੀ ਹੋਈ ਉਹ ਫਿਰ ਹੇਠਾਂ ਆ ਡਿੱਗਦੀ ਹੈ ਅਤੇ ਹੌਕੇ ਭਰਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਿਤੇ ਵੀ ਉਸ ਦੀ ਮਨ ਮਰਜ਼ੀ ਨਹੀਂ ਚੱਲਣ ਦਿੱਤੀ ਜਾਂਦੀ। ਅੰਮੜੀ ਕਹੇ ਪ੍ਰਾਹੁਣੀ ਆਈ, ਸੱਸੂ ਕਹੇ ਬੇਗਾਨੀ ਜਾਈ, ਸਾਰੀ ਉਮਰ ਪਤਾ ਨਾ ਲੱਗਿਆ, ਧੀ ਮੈਂ ਕਿਹੜੇ ਘਰ ਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਅੰਮੜੀ ਸ਼ਬਦ ਦਾ ਅਰਥ ਹੈ ਜਨਮ ਦੇਣ ਵਾਲੀ ਮਾਂ। ਪ੍ਰਾਹੁਣੀ ਸ਼ਬਦ ਦਾ ਅਰਥ ਹੈ ਮਹਿਮਾਨ। ਸੱਸੂ ਸ਼ਬਦ ਦਾ ਅਰਥ ਹੈ ਸੱਸ। ਬੇਗਾਨੀ ਸ਼ਬਦ ਦਾ ਅਰਥ ਹੈ ਪਰਾਈ।
ਬੰਧਨਾਂ ਵਿੱਚ ਘਿਰੀ ਹੋਈ ਮਜਬੂਰ ਔਰਤ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਕਹਿੰਦੇ ਹਨ ਕਿ ਉਸ ਨੂੰ ਜਨਮ ਦੇਣ ਵਾਲੀ ਉਸ ਦੀ ਮਾਂ ਉਸ ਬਾਰੇ ਕਹਿੰਦੀ ਹੈ ਕਿ ਇਹ ਉਹਨਾਂ ਦੇ ਘਰ ਪ੍ਰਾਹੁਣੀ ਆਈ ਹੈ। ਸਹੁਰੇ ਘਰ ਵਿੱਚ ਸੱਸ ਕਹਿੰਦੀ ਹੈ ਕਿ ਇਹ ਪਰਾਏ ਘਰ ਦੀ ਧੀ ਹੈ। ਇਸ ਤਰ੍ਹਾਂ ਦੀ ਹਾਲਤ ਵਿੱਚ ਉਸ ਨੂੰ ਸਾਰੀ ਉਮਰ ਪਤਾ ਨਹੀਂ ਲੱਗ ਸਕਿਆ ਕਿ ਉਹ ਅਸਲ ਵਿੱਚ ਕਿਹੜੇ ਘਰ ਦੀ ਧੀ ਹੈ। ਇਸ ਤਰ੍ਹਾਂ ਉਸ ਲਈ ਕੋਈ ਵੀ ਥਾਂ ਅਜਿਹੀ ਨਹੀਂ ਸੀ ਜਿੱਥੇ ਉਸ ਦੀ ਮਨ ਮਰਜ਼ੀ ਚੱਲ ਸਕਦੀ। ਗੁੜ ਪੂਣੀ ਦੀ ਲੋੜ ਨਾ ਕੋਈ, ਨਾ ਕੋਈ ਹੁਕਮ ਤੇ ਨਾ ਅਰਜ਼ੋਈ, ਦੱਬਣ ਦੀ ਵੀ ਹੁਣ ਨਹੀਂ ਖੇਚਲ, ਜੰਮਣੋਂ ਪਹਿਲਾਂ ਮਰਦੀ, ਮੇਰੀ ਨਹੀਂ ਪੁੱਗਦੀ ਮਨ ਮਰਜ਼ੀ। ਅਰਜ਼ੋਈ ਸ਼ਬਦ ਦਾ ਅਰਥ ਹੈ ਬੇਨਤੀ ਜਾਂ ਅਰਦਾਸ। ਖੇਚਲ ਸ਼ਬਦ ਦਾ ਅਰਥ ਹੈ ਕੋਸ਼ਿਸ਼। ਸੁਖਵਿੰਦਰ ਅੰਮ੍ਰਿਤ ਜਨਮ ਤੋਂ ਪਹਿਲਾਂ ਹੀ ਮਰ ਚੁੱਕੀ ਲਾਚਾਰ ਔਰਤ ਦੀ ਸਥਿਤੀ ਦਾ ਉਲੇਖ ਕਰਦਿਆਂ ਕਹਿੰਦੇ ਹਨ ਕਿ ਸਮਾਜ ਵਿੱਚ ਇਸਤਰੀ ਹੁੰਦਿਆਂ ਬੰਧਨਾਂ ਵਿੱਚ ਵਿਚਰਦੀ ਹੋਈ ਉਹ ਨਾ ਕੋਈ ਹੁਕਮ ਕਰ ਸਕਦੀ ਹੈ ਅਤੇ ਨਾ ਹੀ ਕੋਈ ਬੇਨਤੀ ਕਰ ਸਕਦੀ ਹੈ, ਪਰ ਉਹ ਕਹਿੰਦੀ ਹੈ ਕਿ ਪੁੱਤਰਾਂ ਦੇ ਚਾਹਵਾਨ ਇਸ ਸਮਾਜ ਨੂੰ ਉਸ ਦੇ ਹੱਥਾਂ ਵਿੱਚ ਗੁੜ ਤੇ ਪੂਣੀ ਦੇ ਕੇ ਦੱਬਣ ਦੀ ਵੀ ਜ਼ਰੂਰਤ ਨਹੀਂ, ਕਿਉਂਕਿ ਉਹ ਤਾਂ ਜਨਮ ਤੋਂ ਪਹਿਲਾਂ ਹੀ ਮਰ ਚੁੱਕੀ ਮਹਿਸੂਸ ਕਰਦੀ ਹੈ। ਜਿਸ ਸਮਾਜ ਵਿੱਚ ਉਸ ਦੀ ਮਨ ਮਰਜ਼ੀ ਨਹੀਂ ਚੱਲਦੀ, ਇਸ ਵਿੱਚ ਉਹ ਆਪਣੇ ਆਪ ਨੂੰ ਜਿਉਂਦੀ ਨਹੀਂ ਸਮਝਦੀ। ਇਹ ਸੀ ਸੁਖਵਿੰਦਰ ਅੰਮ੍ਰਿਤ ਦੀ ਲਿਖੀ ਹੋਈ ਕਵਿਤਾ ਮੇਰੀ ਨਹੀਂ ਪੁੱਗਦੀ। ਇਸ ਕਵਿਤਾ ਵਿੱਚ ਕਵਿੱਤਰੀ ਨੇ ਸਾਡੇ ਵਰਤਮਾਨ ਸਮਾਜ ਵਿੱਚ ਔਰਤ ਦੀ ਬੇਵਸੀ ਭਰੀ ਤਰਾਸਦਿਕ ਸਥਿਤੀ ਦਾ ਉਲੇਖ ਕੀਤਾ ਹੈ। ਮੇਰੀ ਨਹੀਂ ਪੁੱਗਦੀ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸਾਡੇ ਮਰਦ ਪ੍ਰਧਾਨ ਵਰਤਮਾਨ ਸਮਾਜ ਵਿੱਚ ਇਸਤਰੀ ਦੀ ਇੱਕ ਧੀ ਦੇ ਰੂਪ ਵਿੱਚ, ਬੱਚਿਆਂ ਨੂੰ ਪਾਲਣ ਵਾਲੀ ਇੱਕ ਮਾਂ ਦੇ ਰੂਪ ਵਿੱਚ ਅਤੇ ਸਹੁਰੇ ਘਰ ਵਿੱਚ ਕਿਸੇ ਥਾਂ ਵੀ ਮਨ ਮਰਜ਼ੀ ਨਹੀਂ ਚੱਲਣ ਦਿੱਤੀ ਜਾਂਦੀ। ਉਹ ਹਰ ਸਮੇਂ ਬੰਧਨਾਂ ਵਿੱਚ ਘਿਰੀ ਹੋਈ ਇੰਜ ਮਹਿਸੂਸ ਕਰਦੀ ਹੈ ਜਿਵੇਂ ਉਹ ਜਨਮ ਤੋਂ ਪਹਿਲਾਂ ਹੀ ਮਰ ਗਈ ਹੋਵੇ। ਧੰਨਵਾਦ।